सो हीरा छाड़ के करे आन की आस, ते नर दोजक जाएंगे। सत भाखै रविदास, चौदह सौ तैंतीस की माघ सुदी पंद्रास, दुखियों के कल्याण हित प्रगटे गुरु रविदास। बहुत जन्म बिछरे थे माधो, एह जन्म तुम्हारे लिखे। कह रविदास आस लग जीवों, चिर पयो दर्शन दिखे। कह रविदास आस लग जीवों, चिर पयो दर्शन दिखे। सतनाम। आसा बाणी मृग मीन भृंग पतंग कुंचर, एक दुख विनाश। पंच दुख असाध जामै, ताकि केतक आस। माधो अविद्या हित कीन, विवेक दीप मलीन। रहाओ त्रिगद जौन अचेत संभव, पुण्य पाप असोच। मानुखा अवतार दुर्लभ, तेहि संगत पोच। जी जंत जहाँ जहाँ लग, कर्म के बस जाए। काल फास अबद लागे, कछ ना चले उपाय। रविदास दास उदास तज भ्रम, तपन तप गुर ज्ञान। भगत जन पै हरन, परमानंद करहो नदान।
रविदास दास उदास तज भ्रम तपन तप गुर ज्ञान भगत जन पै हरन परमानंद करहो निदान परमानंद करो निदान। परम सत्कारयोग गुरु गरीब निवाज खंडां ब्रह्मंडां दे मालक दो जहान दे वाली तिन्ना लोकां दे प्यारे धन धन सत्कार योग पिता श्री संतोख दास जी धन धन सत्कार योग माता कलसां जी दे दुलारे सर्व कला संपूर्ण सर्व सुख दाते अकाल पुरख परमात्मा दा रूप धन धन सच्चे पातशाह साहिब सतगुरु रविदास जी महाराज जी दे पावन चरनां दे विच सुभाएमान गुरु प्यारी गुरु रूप साध संगत जी भई प्राप्त मानुख दे हुरिया गोविंद मिलन की ए तेरी बरिया। गुरबाणी दे विच महाराज जी फरमाउंदे ने कि प्यारे ये जन्म तैनों गोविंद नाल मिलाप वास्ते मिलिया आ स्वाओ धन गुरु रविदास जी महाराज जी दे पावन वचना दे अनुसार ये जन्म तुम्हारे लेखे ये जन्म आपा मालिक दे लेखे लाइए। और अज जिस शब्द दे विचार आपा करांगे ये पवित्र शब्द आसा राग दे विच पावन अमृत बाणी दे विच 11 अंक ते सुशोभित है। और अज दे इस शब्द दे विच गुरु महाराज जी ने विकारां दी गल कीती है और सानू इस मनुखा जामे दे बारे बड़े ही विस्तार दे नाल समझाया। एक कृपा कीती बई ये जन्म साडे लिए कितना कीमती है। पहली पंक्ति दे विच महाराज जी ने सानू समझाउण दे लई 5 तरह के जीवां की उदाहरणा दिती है, जिन्हां दे विच हिरन, मछली, भौरा, पतंग और कुंचर हाथी। किमें इन्हां पंजां नूं एक एक विकार ने मारिया। सब तो पहला आपां गल करिए मिर्ग दी, हिरन दी। हिरन दे विच एक दोष है।
ਹਿਰਨ ਦੇ ਵਿੱਚ ਇੱਕ ਦੋਸ਼ ਹੈ, ਉਹ ਕਿਹੜਾ ਆ? ਉਹਨੂੰ ਕੰਨ ਦਾ ਦੋਸ਼ ਹੈ। ਜਦ ਸ਼ਿਕਾਰੀ ਹਿਰਨ ਨੂੰ ਪਕੜਦਾ ਆ ਤੇ ਉਹਦੇ ਲਈ ਘੰਡੇ ਖੇੜੇ ਦਾ ਨਾਦ ਵਜਾਉਂਦਾ ਆ। ਉਸ ਨਾਦ ਨੂੰ ਸੁਣ ਕੇ, ਉਸ ਆਵਾਜ਼ ਨੂੰ ਸੁਣ ਕੇ ਹਿਰਨ ਉਸ ਤਰਫ ਜਾਂਦਾ ਆ ਜਿੱਧਰੋਂ ਉਹਨੂੰ ਉਹ ਆਵਾਜ਼ ਸੁਣਾਈ ਦਿੰਦੀ ਹੈ, ਤੇ ਜਾ ਕੇ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਆ। ਦੂਸਰੇ ਨੰਬਰ ਤੇ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ ਮੱਛਲੀ ਦੀ। ਮੱਛੀ ਦੇ ਵਿੱਚ ਵੀ ਇੱਕ ਦੋਸ਼ ਪਾਇਆ ਗਿਆ। ਉਹਦੇ ਵਿੱਚ ਕਿਹੜਾ ਦੋਸ਼ ਹੈ? ਜੀਭ ਦਾ ਰਸ। ਜਿਹੜਾ ਮੱਛੀ ਪਕੜਦਾ ਆ ਉਹ ਇੱਕ ਧਾਗੇ ਦੇ ਨਾਲ ਛੋਟੀ ਜਿਹੀ ਕੁੰਡੀ ਲਗਾਉਂਦਾ ਆ, ਔਰ ਉਸ ਕੁੰਡੀ ਦੇ ਵਿੱਚ ਥੋੜਾ ਜਿਹਾ ਮਾਂਸ ਦਾ ਟੁਕੜਾ ਫਸਾ ਕੇ ਉਹਨੂੰ ਪਾਣੀ ਦੇ ਵਿੱਚ ਸੁੱਟ ਦਿੰਦਾ ਆ। ਜਦ ਉਹ ਮੱਛੀ ਮਾਂਸ ਦਾ ਟੁਕੜਾ ਖਾਣ ਦੇ ਲਈ ਆਪਣਾ ਮੂੰਹ ਖੋਲ੍ਹਦੀ ਹੈ, ਮਾਂਸ ਦਾ ਟੁਕੜਾ ਮੂੰਹ ਦੇ ਵਿੱਚ ਪਾਉਂਦੀ ਹੈ, ਔਰ ਉਸ ਮਾਂਸ ਦੇ ਟੁਕੜੇ ਦੇ ਨਾਲ ਜਿਹੜੀ ਕੁੰਡੀ ਹੈ ਉਹ ਮੱਛੀ ਦੇ ਮੂੰਹ ਵਿੱਚ ਫਸ ਜਾਂਦੀ ਹੈ। ਜਦ ਕੁੰਡੀ ਮੂੰਹ ਦੇ ਵਿੱਚ ਫਸਦੀ ਹੈ ਤੇ ਮੱਛੀ ਉਹ ਤੋਂ ਬਚਣ ਦੇ ਲਈ, ਉਸ ਕੁੰਡੀ ਤੋਂ ਪਿੱਛਾ ਛਡਾਉਣ ਦੇ ਲਈ ਬੜੀ ਤੇਜ਼ੀ ਨਾਲ ਫੜਫੜਾਉਂਦੀ ਹੈ। ਕਦੇ ਇੱਧਰ ਜਾਂਦੀ ਹੈ, ਉੱਧਰ ਜਾਂਦੀ ਹੈ। ਬਾਹਰ ਬੈਠਾ ਜਿਹੜਾ ਸ਼ਿਕਾਰੀ ਹੈ ਉਸ ਧਾਗੇ ਦੇ ਵਿੱਚ ਜਦ ਹਰਕਤ ਹੁੰਦੀ ਹੈ, ਉਹਨੂੰ ਪਤਾ ਚੱਲ ਜਾਂਦਾ ਹੈ ਕਿ ਮੇਰਾ ਸ਼ਿਕਾਰ ਹੁਣ ਫਸ ਗਿਆ, ਔਰ ਉਹ ਜਦ ਉਸ ਧਾਗੇ ਨੂੰ ਬਾਹਰ ਖਿੱਚਦਾ ਆ, ਕੁੰਡੀ ਬਾਹਰ ਆਉਂਦੀ ਹੈ ਤੇ ਨਾਲ ਉਹਦੇ ਫਸੀ ਹੋਈ ਮੱਛੀ ਵੀ ਬਾਹਰ ਆਉਂਦੀ ਹੈ, ਜਿਹੜੀ ਆਪਣੀ ਜਾਨ ਗਵਾਉਂਦੀ ਹੈ। ਤੀਸਰੀ ਉਦਾਹਰਨ ਹੈ ਭਰਿੰਗ ਦੀ ਭੌਰੇ ਦੀ। ਇਹਦੇ ਵਿੱਚ ਵੀ ਇੱਕ ਦੋਸ਼ ਹੈ। ਇਹਦੀ ਜਾਨ ਵੀ ਇੱਕ ਰਸ ਨੇ ਲਈ। ਇਹਨੂੰ ਕਿਹੜਾ ਰਸ ਹੈ? ਸੁਗੰਧੀ ਦਾ ਰਸ। ਫੁੱਲਾਂ ਤੋਂ ਸੁਗੰਧੀ ਲੈਣ ਦੇ ਵਾਸਤੇ ਜਦ ਭੌਰਾ ਕਮਲ ਦੇ ਫੁੱਲ ਤੇ ਜਾ ਕੇ ਬਹਿੰਦਾ ਆ, ਜਾਂ ਕਿਸੇ ਵੀ ਫੁੱਲ ਦੇ ਉੱਪਰ ਜਾ ਕੇ ਜਦ ਬਹਿੰਦਾ ਆ, ਰਸ ਪੀਣਾ ਸ਼ੁਰੂ ਕਰਦਾ ਆ। ਉਹ ਰਸ ਪੀਂਦਾ ਪੀਂਦਾ ਉਸ ਰਸ ਦੇ ਵਿੱਚ ਇਤਨਾ ਮਗਨ ਹੋ ਜਾਂਦਾ ਆ ਕਿ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਸ਼ਾਮ ਪੈ ਗਈ। ਔਰ ਜਦ ਸ਼ਾਮ ਪੈਂਦੀ ਹੈ, ਆਪਾਂ ਦੇਖਦੇ ਜਿਹੜਾ ਫੁੱਲ ਸਵੇਰੇ ਧੁੱਪ ਦੇ ਨਾਲ ਖਿੜਿਆ ਸੀ, ਸੂਰਜ ਛਿਪਣ ਤੋਂ ਬਾਅਦ ਉਹ ਜਿਹੜਾ ਫੁੱਲ ਹੈ ਬੰਦ ਹੋਣਾ ਸ਼ੁਰੂ ਹੋ ਜਾਂਦਾ ਆ। ਉਸ ਫੁੱਲ ਦੀਆਂ ਪੱਤੀਆਂ ਬੰਦ ਹੋ ਜਾਂਦੀਆਂ ਆ। ਭੌਰਾ ਉਸ ਫੁੱਲ ਦੇ ਵਿੱਚ ਹੀ ਘੁੱਟਿਆ ਰਹਿ ਜਾਂਦਾ ਆ, ਜਿਹਦੇ ਕਰਕੇ ਉਹ ਦਮ ਤੋੜ ਦਿੰਦਾ ਆ। ਚੌਥੀ ਉਦਾਹਰਨ ਹੈ ਪਤੰਗੇ ਦੀ। ਇਹਦੇ ਵਿੱਚ ਵੀ ਇੱਕ ਦੋਸ਼, ਕਿਹੜਾ? ਅੱਖ ਦਾ ਰਸ। ਜਦ ਭੌਰਾ, ਮਾਫ ਕਰਨਾ, ਜਦ ਪਤੰਗਾ ਲਾਈਟ ਨੂੰ ਦੇਖਦਾ ਆ, ਰੌਸ਼ਨੀ ਨੂੰ ਦੇਖਦਾ ਆ, ਜਦ ਇਹ ਦੀਵਾ ਜਲਦਾ ਦੇਖਦਾ ਆ ਤਾਂ ਬੜੀ ਤੇਜ਼ੀ ਦੇ ਨਾਲ ਉਸ ਲਾਈਟ ਦੇ ਵੱਲ ਵੱਧਦਾ ਆ, ਦੀਵੇ ਦੇ ਵੱਲ ਵੱਧਦਾ ਆ। ਰੌਸ਼ਨੀ ਨਾਲ ਇੰਨਾ ਕੁ ਪਿਆਰ ਹੈ, ਵੱਧਦਾ ਰਹਿੰਦਾ ਆ, ਨਜ਼ਦੀਕ ਜਾਂਦਾ ਰਹਿੰਦਾ ਆ। ਉਸ ਰੌਸ਼ਨੀ ਦੇ ਪ੍ਰੇਮ ਦੇ ਵਿੱਚ, ਉਹਦੇ ਪਿਆਰ ਦੇ ਵਿੱਚ, ਉਸ ਰਸ ਦੇ ਵਿੱਚ ਇੰਨਾ ਮਗਨ ਹੋ ਜਾਂਦਾ ਆ, ਭੁੱਲ ਜਾਂਦਾ ਆ ਕਿ ਮੈਂ ਅੱਗ ਤੋਂ ਦੂਰੀ ਕਿਤਨੀ ਰੱਖਣੀ ਹੈ। ਕਰੀਬ ਜਾਂਦਾ ਆ ਤੇ ਆਪਾਂ ਜਾਣਦੇ ਵੀ ਅੱਗ ਦੇ ਜਦ ਨੇੜੇ ਜਾਵਾਂਗੇ ਤੇ ਉਹਦਾ ਕੀ ਫਿਰ ਨਤੀਜਾ ਨਿਕਲਣਾ ਆ, ਜਲ ਕੇ ਰਾਖ ਹੋ ਜਾਂਦਾ ਆ, ਆਪਣੇ ਪ੍ਰਾਣ ਗਵਾ ਲੈਂਦਾ ਆ।
ਪੰਜਵੀਂ ਉਦਾਹਰਨ ਹੈ ਕੁੰਚਰ ਦੀ। ਕੁੰਚਰ ਹਾਥੀ ਨੂੰ ਕਹਿੰਦੇ ਆ। ਇਹਦੇ ਵਿੱਚ ਵੀ ਇੱਕ ਦੋਸ਼ ਹੈ ਕਾਮ ਦਾ। ਮਹਾਵਤ ਜਦ ਹਾਥੀ ਨੂੰ ਪਕੜਦਾ ਆ, ਹੁਣ ਇਤਨਾ ਵੱਡਾ ਜਾਨਵਰ ਹੈ, ਇਤਨਾ ਸ਼ਕਤੀਸ਼ਾਲੀ ਜਾਨਵਰ ਹੈ, ਇਹਨੂੰ ਪਕੜਨਾ ਕੋਈ ਸੌਖੀ ਗੱਲ ਨਹੀਂ। ਦੁਨੀਆ ਦੇ ਵਿੱਚ ਕਈ ਕਾਰਜ ਐਸੇ ਆ ਜਿਹੜੇ ਬਹੁਤ ਔਖੇ ਆ, ਬੜੇ ਔਖੇ ਆ, ਲੇਕਿਨ ਉਹਨਾਂ ਕਾਰਜਾਂ ਨੂੰ ਸੰਪੂਰਨ ਕਰਨ ਦੇ ਲਈ ਫਿਰ ਕੋਈ ਨਾ ਕੋਈ ਜੁਗਤੀ ਬਣਾਈ ਜਾਂਦੀ ਹੈ, ਕੋਈ ਨਾ ਕੋਈ ਤਰਤੀਬ ਬਣਾਈ ਜਾਂਦੀ ਹੈ, ਔਰ ਜਿਹਦੇ ਨਾਲ ਭਾਰੇ ਤੋਂ ਭਾਰਾ ਕੰਮ ਵੀ ਬਿਲਕੁਲ ਆਸਾਨ ਜਿਹਾ ਹੋ ਜਾਂਦਾ ਹੈ। ਸ਼ਿਕਾਰੀ ਇੱਕ ਵੱਡਾ ਜਿਹਾ ਟੋਇਆ ਪਟਦਾ ਆ, ਉਹਦੇ ਉੱਪਰ ਕਾਨਿਆਂ ਦੀ ਛੱਤ ਬਣਾਉਂਦਾ ਆ, ਉਹਦੇ 'ਤੇ ਘਾਹ ਫੂਸ ਰੱਖ ਦਿੰਦਾ ਆ, ਇੱਕ ਨਕਲੀ ਹਥਣੀ ਬਣਾ ਕੇ ਕੋਲ ਉਹਦੇ ਉੱਪਰ ਖੜੀ ਕਰਦਾ ਆ। ਕਾਂ ਵਸ ਹੋਇਆ ਹਾਥੀ ਜਦ ਨੇੜੇ ਜਾਂਦਾ ਆ, ਉਸ ਕਾਨਿਆਂ ਦੀ ਛੱਤ ਦੇ ਨੀਚੇ ਜਿਹੜਾ ਟੋਇਆ ਪਟਿਆ ਆ ਉਹਦੇ ਵਿੱਚ ਜਾ ਕੇ ਡਿੱਗ ਪੈਂਦਾ ਆ। ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਆ, ਨਹੀਂ ਨਿਕਲਦਾ। ਫਿਰ ਜਿਹੜਾ ਸ਼ਿਕਾਰੀ ਹੈ ਉਹਨੂੰ ਕਈ ਦਿਨ ਉਹਦੇ ਵਿੱਚ ਰੱਖਦਾ ਆ, ਉਹਦੇ 'ਤੇ ਫਿਰ ਕਈ ਦਿਨ ਉਹਨੂੰ ਉਸ ਹਾਥੀ ਨੂੰ ਟੋਏ ਦੇ ਵਿੱਚ ਰਹਿਣ ਦਿੰਦਾ ਆ, ਉਹਨੂੰ ਭੁੱਖਾ ਪਿਆਸਾ ਰੱਖਦਾ। ਜਦੋਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਆ, ਫਿਰ ਉਸ ਟੋਏ ਦੀ ਇੱਕ ਪਾਸੇ ਢਾਲ ਬਣਾ ਕੇ ਉਹਨੂੰ ਫਿਰ ਸੰਗਲ ਪਾ ਕੇ ਬਾਹਰ ਖਿੱਚਦੇ ਆ, ਬਾਹਰ ਲਿਆਉਂਦੇ ਆ। ਹੁਣ ਬਲਹੀਨ ਹੋਇਆ ਹਾਥੀ ਜ਼ਿਆਦਾ ਮੁਕਾਬਲਾ ਨਹੀਂ ਕਰ ਪਾਉਂਦਾ, ਫਿਰ ਕੁੰਡਿਆਂ ਦੀ ਮਾਰ ਦੇ ਨਾਲ ਉਹਨੂੰ ਟ੍ਰੇਨ ਕਰਦੇ ਆ, ਉਹਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ ਆ। ਤਾਕਤ ਵਜੋਂ ਦੇਖਿਆ ਜਾਵੇ ਹਾਥੀ ਔਰ ਇਨਸਾਨ ਦਾ ਕੀ ਮੁਕਾਬਲਾ। 100 ਬੰਦੇ ਮਿਲ ਕੇ ਵੀ ਹਾਥੀ ਦਾ ਮੁਕਾਬਲਾ ਕਰਨ ਤੇ ਨਹੀਂ ਕਰ ਸਕਦੇ। ਇੱਕ ਜੁਗਤੀ ਐਸੀ ਹੈ ਜਿਹਦੇ ਨਾਲ ਅੱਜ ਹਾਥੀ ਇਸ਼ਾਰਿਆਂ 'ਤੇ ਨੱਚ ਰਿਹਾ ਆ। ਸਰਕਸ ਆਪਾਂ ਦੇਖਦੇ ਆ, ਉਹਦੇ ਵਿੱਚ ਕਿਤਨੇ ਵੱਡੇ ਵੱਡੇ ਸ਼ੇਰ ਜਿਨ੍ਹਾਂ ਨੂੰ ਮਨੁੱਖ ਨੇ ਆਪਣੀਆਂ ਉਂਗਲਾਂ 'ਤੇ ਨਚਾਇਆ। ਕਾਰਨ ਕੀ ਹੈ? ਉਹਨਾਂ ਕੋਲ ਤਰਤੀਬ ਹੈ, ਉਹਨਾਂ ਕੋਲ ਜੁਗਤੀ ਹੈ। ਸੋ ਇਹ 5 ਜੀਵ, ਇਹਨਾਂ ਦੇ ਵਿੱਚ ਇੱਕ ਇੱਕ ਦੋਸ਼ ਸੀ ਜਿਹਦੇ ਕਰਕੇ ਇਹ ਅੰਤ ਦੇ ਨੇੜੇ ਚਲੇ ਗਏ। ਮਹਾਰਾਜ ਜੀ ਕਹਿੰਦੇ ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਉਹ ਪਿਆਰਿਓ, ਇਹਨਾਂ ਪੰਜਾਂ ਵਿੱਚ ਤਾਂ ਇੱਕ ਇੱਕ ਦੋਸ਼ ਸੀ, ਇਹ ਤਾਂ ਨਹੀਂ ਬਚੇ। ਤੇ ਮਨੁੱਖ ਐ ਬੰਦਿਆ, ਤੇਰੇ ਵਿੱਚ ਤਾਂ 5 ਦੋਸ਼ ਹੈ, ਫਿਰ ਤੇਰੇ ਬਚਣ ਦੀ ਕੀ ਉਮੀਦ ਹੈ? ਫਿਰ ਤੇਰਾ ਬਚਾਓ ਕਿਵੇਂ ਹੋਏਗਾ? ਅਸੀਂ ਕਾਮ, ਕ੍ਰੋਧ, ਲੋਭ, ਮੋਹ ਔਰ ਹੰਕਾਰ, ਸਾਡੇ ਵਿੱਚ 5 ਦੋਸ਼ ਹੈ। ਇਹਨਾਂ ਵਿੱਚ ਇੱਕ ਇੱਕ ਸੀ, ਇੱਕ ਇੱਕ ਵਾਲੇ ਨਹੀਂ ਬਚੇ, ਤੇ 5 ਵਾਲਾ ਕਿਵੇਂ ਬਚ ਜਾਏਗਾ? ਪੰਚ ਦੁਖ ਅਸਾਧ ਜਾਮੈ ਤਾਕੀ ਕੇਤਕ ਆਸ। ਮਹਾਰਾਜ ਜੀ ਕਹਿੰਦੇ ਕਿਹੜੀ ਆਸ ਲਾਈਏ ਭਾਈ ਤੁਹਾਡੇ ਤੋਂ? ਸੋ ਜਦ ਤੱਕ ਇਹ 5 ਦੋਸ਼ ਸਾਡੇ ਵਿੱਚ ਹੈ, ਜਮਾਂ ਦੇ ਵਸ ਪੈਣਾ ਨਿਸ਼ਚਿਤ ਹੈ। ਜਦ ਤੱਕ ਇਹ 5 ਦੋਸ਼ ਸਾਡੇ ਵਿੱਚ ਮੌਜੂਦ ਹੈ, ਧਰਮ ਰਾਜ ਦੇ ਦਰਬਾਰ ਦੇ ਵਿੱਚ ਮਾਰ ਖਾਣਾ ਨਿਸ਼ਚਿਤ ਹੈ। ਮਾਦੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ। ਐ ਮਾਧੋ, ਮਾਧੋ ਦੇ ਜੋ ਅਰਥ ਹੈ, ਹੁਣ ਕਿਹਾ ਤਾਂ ਰੱਬ ਨੂੰ ਹੀ ਹੈ, ਲੇਕਿਨ ਇਹਦੇ ਅਰਥ ਹੈ ਮਾਇਆ ਦਾ ਪਤੀ। ਵੈਸੇ ਤਾਂ ਉਸ ਮਾਲਕ ਨੂੰ ਸਾਰੀ ਦੁਨੀਆ ਦਾ ਖਸਮ ਕਿਹਾ ਜਾਂਦਾ ਆ। ਇਹ ਜਿਹੜੀ ਮਾਇਆ ਜਿਨ ਸਾਰੀ ਦੁਨੀਆ ਨੂੰ ਆਪਣੇ ਪਿੱਛੇ ਲਾਇਆ ਹੋਇਆ ਆ, ਇਹ ਮਾਇਆ ਦਾ ਖਸਮ ਵੀ ਉਹ ਮਾਲਕ ਹੀ ਹੈ।
इस करके माधो दे जो अर्थ है माया दा पति। माधो ए मालिक ਇਹ ਸੰਸਾਰ ਤੇ ਲੋਕਾਂ ਦਾ ਕੀ ਹਾਲ ਹੈ। ਅਵਿਦਿਆ ਹਿਤ ਕੀਨ ਅਗਿਆਨਤਾ ਨਾਲ ਹਿਤ ਪਾ ਲਿਆ। ਵਿਵੇਕ ਦੀਪ ਮਲੀਨ, ਵਿਵੇਕ ਬੁੱਧੀ ਵਾਲਾ ਜਿਹੜਾ ਦੀਵਾ ਸੀ ਉਹ ਮਲੀਨ ਹੋ ਗਿਆ। ਸਾਡਾ ਪਿਆਰ ਅਵਿਦਿਆ ਨਾਲ ਦੇਖੋ ਕੈਸਾ ਹੈ। ਰੱਬ ਦੀ ਗੱਲ ਚੱਲਦੀ ਹੈ, ਜੇ ਕਿਸੇ ਨੂੰ ਕਹਿ ਦਈਏ ਆਓ ਭਾਈ ਇੱਥੇ ਰੱਬ ਦੀ ਗੱਲ ਚੱਲਦੀ ਹੈ, ਬਹਿ ਕੇ ਸੁਣਨੀ ਹੈ, ਉਹਨੇ ਕਹਿਣਾ ਪਤਾ ਨਹੀਂ ਕਿਤਨੀ ਕੁ ਵੱਡੀ ਸਜ਼ਾ ਮੈਨੂੰ ਲਾ ਦਿੱਤੀ। ਹਾਂ, ਇਹ ਜਿਹੜੇ ਲਿਚਕੜਚੀਆਂ ਗਾਉਂਦੇ ਆ, ਹੋਰ ਪਤਾ ਨਹੀਂ ਕੀ ਕੁਝ ਗਾਉਂਦੇ ਆ, ਉਹਨਾਂ ਨੂੰ ਜੇ ਸੁਣਨਾ ਪੈ ਜਾਵੇ ਤੇ ਸਾਰੀ ਸਾਰੀ ਰਾਤ ਬੈਠੇ ਰਹਿੰਦੇ ਆ। ਕਈ ਜਗ੍ਹਾ ਤੇ ਹੁੰਦੇ ਆ ਪ੍ਰੋਗਰਾਮ, ਰੰਗਾ ਰੰਗ ਪ੍ਰੋਗਰਾਮ ਹੁੰਦੇ ਆ, ਕੋਈ ਨੱਚਣ ਵਾਲੇ ਆਉਂਦੇ ਆ, ਗਾਉਣ ਵਾਲੇ ਆਉਂਦੇ ਆ, ਇਤਨੀ ਭੀੜ ਲੱਗ ਜਾਂਦੀ ਉਹਨਾਂ ਨੂੰ ਦੇਖਣ ਦੇ ਲਈ। ਜਦ ਕਿ ਉਹ ਕੀ ਕਰ ਰਿਹਾ ਆ, ਉਹ ਸਾਨੂੰ ਵਿਕਾਰਾਂ ਦੀ ਅੱਗ ਦੇ ਵਿੱਚ ਧਕੇਲ ਰਿਹਾ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਤਨੇ ਵੀ ਇਹ ਗੀਤ ਅੱਜ ਕੱਲ੍ਹ ਬਣ ਰਹੇ ਆ, ਇਹਨਾਂ ਦੇ ਨਾਲ ਕੀ ਹੁੰਦਾ ਹੈ, ਸਾਡੇ ਅੰਦਰਲੇ ਜਿਹੜੇ ਵਿਕਾਰ ਹੈ ਉਹ ਪ੍ਰਬਲ ਹੁੰਦੇ ਆ, ਵੱਧਦੇ ਆ। ਹਥਿਆਰਾਂ ਦਾ ਸ਼ੌਂਕ ਹੈ, ਮਾਰ ਕਟਾਈ ਦਾ ਸਾਨੂੰ ਸ਼ੌਂਕ ਹੈ। ਕਈ ਗੀਤ ਉਹਨਾਂ ਵਿੱਚ ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਜਾਂਦੇ ਆ। ਹੁਣ ਇਹਦੇ ਨਾਲ ਕੀ ਉਪਦੇਸ਼ ਮਿਲ ਰਿਹਾ ਆ, ਗਾਂ ਉਸ ਤਰ੍ਹਾਂ ਦੇ ਅਸੀਂ ਆ। ਜੇ ਉਹਨੇ ਕਹਿ ਦਿੱਤਾ ਜੀ ਸਾਨੂੰ ਹਥਿਆਰਾਂ ਦਾ ਸ਼ੌਂਕ ਹੈ, ਤੇ ਅਸੀਂ ਵੀ ਸੋਚਦੇ ਸਾਡੇ ਕੋਲ ਵੀ ਹਥਿਆਰ ਹੋਵੇ। ਲੜਾਈਆਂ ਝਗੜੇ ਗੀਤਾਂ ਦੇ ਵਿੱਚ ਦਿਖਾਉਂਦੇ ਆ, ਉਹੀ ਕੰਮ ਫਿਰ ਗਾਂ ਜਾ ਕੇ ਅਸੀਂ ਕਰਦੇ ਹਾਂ। ਬੜਾ ਕੁਝ ਦਿਖਾਉਂਦੇ ਆ, ਅਸੀਂ ਉਹਨਾਂ ਗੱਲਾਂ ਨੂੰ ਬੜੀ ਜਲਦੀ ਕੈਚ ਕਰਦੇ, ਬੜੀ ਜਲਦੀ ਪਕੜ ਲੈਂਦੇ ਆ, ਔਰ ਆਪਣੇ ਆਪ ਨੂੰ ਉੱਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਲਮਾਂ ਦੇ ਵਿੱਚ ਜਿਹੜੇ ਹੀਰੋ ਹੈ ਉਹ ਸਿਗਰਟ ਪੀਂਦੇ ਦਿਖਾਉਂਦੇ ਆ, ਸ਼ਰਾਬ ਪੀਂਦੇ ਦਿਖਾਉਂਦੇ ਆ, ਤੇ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਵੀ ਇਸੇ ਤਰੀਕੇ ਨਾਲ ਪੀਆ ਕਰੀਏ, ਔਰ ਕਈ ਉਹ ਤਰੀਕੇ ਅਪਣਾ ਕੇ ਪੀਂਦੇ ਆ। ਸ਼ਰਾਬ ਦੇ ਬਾਰੇ ਜਦ ਦਿਖਾਉਂਦੇ ਆ ਤੇ ਅਸੀਂ ਵੀ ਸੋਚਦੇ ਹਾਂ ਵੀ ਉਹਨੇ ਪੀਤੀ ਆ ਤੇ ਅਸੀਂ ਵੀ ਕਿਉਂ ਨਾ ਪੀਏ। ਹੁਣ ਉਧਰਲੀਆਂ ਗੱਲਾਂ ਨੂੰ ਬੜੀ ਜਲਦੀ ਅਸੀਂ ਅਮਲ ਵਿੱਚ ਲੈ ਆਂਦਾ, ਲੇਕਿਨ ਕਦੇ ਗੁਰੂ ਦੀ ਕਰਨੀ ਤੇ ਵੀ ਅਮਲ ਕਰੀਏ, ਗੁਰੂ ਦੀ ਕਰਨੀ ਤੇ ਵੀ ਭਾਈ ਅਮਲ ਕਰੀਏ। ਕਿਵੇਂ ਗੁਰਾਂ ਨੇ ਭਗਤੀ ਕੀਤੀ ਹੈ, ਅਸੀਂ ਵੀ ਭਗਤੀ ਕਰੀਏ। ਇੱਕ ਆਮ ਇਨਸਾਨ ਜਿਹਨੂੰ ਕਿ ਅੱਜ ਹੀਰੋ ਸਮਝਦੇ ਆ, ਉਹ ਸਾਨੂੰ ਕੋਈ ਗੱਲ ਕਹਿ ਦੇਵੇ ਅਸੀਂ ਸਾਰੇ ਬੜੀ ਛੇਤੀ ਮੰਨ ਲੈਂਦੇ ਆ, ਲੇਕਿਨ ਗੁਰਬਾਣੀ ਨੇ ਇੰਨੀਆਂ ਗੱਲਾਂ ਕਹੀਆਂ, ਇਹ ਤਾਂ ਮੰਨੀਆਂ ਹੀ ਨਹੀਂ। ਅਵਿਦਿਆ ਹਿਤ ਕੀਨ, ਸਾਡਾ ਪਿਆਰ ਸਾਡਾ ਹਿਤ ਕਾਹਦੇ ਨਾਲ ਪੈ ਗਿਆ? ਅਗਿਆਨਤਾ ਨਾਲ। ਵਿਵੇਕ ਦੀਪ ਮਲੀਨ, ਮਹਾਰਾਜ ਜੀ ਕਹਿੰਦੇ ਵਿਵੇਕ ਬੁੱਧੀ ਵਾਲਾ ਦੀਵਾ ਤੈਨੂੰ ਰੱਬ ਨੇ ਦਿੱਤਾ ਸੀ, ਲੇਕਿਨ ਅੱਜ ਵਿਕਾਰਾਂ ਦੀ ਅਗਨ ਕਰਕੇ ਇਹ ਵੀ ਮਲੀਨ ਹੋ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਮਾਤਮਾ ਦਾ ਧੰਨਵਾਦ ਕਰਿਆ ਕਰੀਏ, ਸ਼ੁਕਰ ਮਨਾਇਆ ਕਰੀਏ। ਔਰ ਅੱਜ ਗੱਲ ਚੱਲੀ ਹੈ ਵਿਕਾਰਾਂ ਦੀ, ਅਗਿਆਨਤਾ ਦੀ। ਪਹਿਲਾਂ ਵੀ ਆਪਾਂ ਇੱਕ ਦੋ ਵਾਰ ਇਹ ਵਿਚਾਰ ਸਾਂਝੀ ਕੀਤੀ ਹੈ, ਕਿਉਂਕਿ ਦਾਸ ਦੀ ਜੋ ਡਿਊਟੀ ਲੱਗੀ ਹੈ, ਗੁਰਬਾਣੀ ਦਾ ਜੋ ਹੁਕਮ ਹੈ, ਗੁਰੂਆਂ ਦਾ ਜੋ ਹੁਕਮ ਹੈ, ਸੱਚ ਦਾ ਜਿਹੜਾ ਰਾਸਤਾ ਆ, ਉਸ ਦਾ ਪ੍ਰਚਾਰ ਵੱਧ ਤੋਂ ਵੱਧ ਕਰਨਾ। ਫਿਰ ਕਈ ਗੱਲਾਂ ਸਾਨੂੰ ਚੰਗੀਆਂ ਵੀ ਲੱਗਦੀਆਂ, ਕਈ ਮਾੜੀਆਂ ਵੀ ਲੱਗਦੀਆਂ ਆ। ਧਿਆਨ ਰੱਖੀਏ, ਜਿਸ ਸਮੇਂ ਅਸੀਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹਾਂ, ਜਦੋਂ ਅਸੀਂ ਭੋਜਨ ਤਿਆਰ ਕਰਦੇ ਹਾਂ,
ਪਹਿਲੇ ਜਿਹੜੇ ਜ਼ਮਾਨੇ ਸੀ, ਜਦ ਬੀਬੀਆਂ ਪ੍ਰਸ਼ਾਦੇ ਤਿਆਰ ਕਰਦੀਆਂ ਸੀ ਪਰਿਵਾਰ ਵਾਸਤੇ ਜਾਂ ਭੋਜਨ ਤਿਆਰ ਕਰਦੀਆਂ ਸੀ, ਤੇ ਉਦੋਂ ਸ਼ਬਦ ਗਾਇਨ ਕਰਦੀਆਂ ਸੀ ਤੇ ਘੋੜੀਆਂ ਗਾਉਂਦੀਆਂ ਸੀ। ਤੇ ਅੱਜ ਦਾ ਸਮਾਂ ਕੀ ਹੈ? ਅੱਜ ਅਸੀਂ ਫਿਲਮੀ ਗੀਤ ਗਾਉਂਦੇ ਆ ਜਿਹੜੇ ਵਿਕਾਰਾਂ ਨਾਲ ਭਰੇ ਹੋਏ ਆ। ਆਟਾ ਗੁੰਨਦੇ ਆ ਤਾਂ ਸਾਡਾ ਜਿਹੜਾ ਧਿਆਨ ਹੈ ਟੈਲੀਵਿਜ਼ਨ ਦੇ ਵਿੱਚ ਰਹਿੰਦਾ ਆ। ਜੇ ਟੈਲੀਵਿਜ਼ਨ ਸਾਡੀ ਪਹੁੰਚ ਤੋਂ ਦੂਰ ਹੈ ਤੇ ਮੋਬਾਈਲਾਂ ਦੇ ਵਿੱਚ ਗਾਣੇ ਬਣਾ ਕੇ ਕੋਲ ਰੱਖ ਲੈਂਦੇ ਆ। ਇਹਦੇ ਨਾਲ ਕੀ ਹੁੰਦਾ ਆ? ਜਿਹੜਾ ਅਸੀਂ ਭੋਜਨ ਤਿਆਰ ਕਰ ਰਹੇ ਆ, ਇੱਕ ਤਰ੍ਹਾਂ ਉਹਦੇ ਵਿੱਚ ਵਿਕਾਰ ਪਰੋਸੇ ਜਾ ਰਹੇ ਆ। ਤੇ ਜਿੱਦਾਂ ਦਾ ਭੋਜਨ, ਜਿੱਦਾਂ ਦਾ ਆਹਾਰ ਅਸੀਂ ਆਪਣੇ ਬੱਚਿਆਂ ਨੂੰ ਦੇਵਾਂਗੇ, ਗਾਂ ਭਾਈ ਬੱਚਿਆਂ ਨੇ ਉਸੇ ਤਰ੍ਹਾਂ ਦੇ ਬਣਨਾ ਆ। ਤੇ ਜੇ ਅਸੀਂ ਪ੍ਰਸ਼ਾਦਾ ਤਿਆਰ ਕਰਦੇ ਕਰਦੇ ਰੱਬ ਦੇ ਗੁਣ ਗਾਈਏ, ਇੱਕ ਤਾਂ ਉਸ ਪ੍ਰਸ਼ਾਦੇ ਦੇ ਵਿੱਚ, ਉਸ ਭੋਜਨ ਦੇ ਵਿੱਚ ਬਰਕਤ ਪਏਗੀ। ਕਿਉਂਕਿ ਕੋਈ ਵੀ ਕਾਰਜ ਹੈ, ਉਹਨੂੰ ਜਦ ਅਸੀਂ ਰੱਬ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਕਰਦੇ ਹਾਂ, ਗੁਰੂ ਦੇ ਨਾਮ ਦਾ ਓਟ ਆਸਰਾ ਲੈ ਕੇ ਕਰਦੇ ਹਾਂ, ਉਹ ਕਾਰਜ ਵਿੱਚ ਤਾਂ ਵੈਸੇ ਹੀ ਬਰਕਤ ਪੈ ਜਾਂਦੀ ਹੈ। ਭੋਜਨ ਤਿਆਰ ਕਰੀਏ, ਨਾਲ ਗੁਰੂ ਦੀ ਬਾਣੀ ਗਾਇਨ ਕਰੀਏ, ਗੁਰੂ ਦੇ ਸ਼ਬਦ ਗਾਇਨ ਕਰੀਏ, ਗੁਰੂ ਦੇ ਵਿਚਾਰ ਕੋਈ ਨਾਲ ਸਾਂਝੀ ਕਰਦੇ ਰਹੀਏ। ਦੇਖੋ ਫਿਰ ਉਸ ਭੋਜਨ ਦੇ ਵਿੱਚ ਕਿਵੇਂ ਬਰਕਤ ਪੈਂਦੀ ਹੈ। ਉਹਦੇ ਵਿੱਚ ਬਿਮਾਰੀਆਂ ਖਤਮ ਹੋਣਗੀਆਂ ਤੇ ਉਸ ਭੋਜਨ ਦੇ ਵਿੱਚ ਨਾਮ ਦੀ ਦਵਾ ਪੈ ਜਾਏਗੀ, ਜਿਹੜੀ ਸਾਡੇ ਪੂਰੇ ਪਰਿਵਾਰ ਦਾ ਨਾਲੋਂ ਨਾਲ ਇਲਾਜ ਕਰਦੀ ਰਹੇਗੀ। ਅੱਜ ਕਈ ਲੋਕ ਆਉਂਦੇ ਆ, ਬਾਬਾ ਜੀ ਕੀ ਕਰੀਏ, ਘਰ ਦੇ ਵਿੱਚ ਬਰਕਤ ਨਹੀਂ ਪੈਂਦੀ। ਪੈਸੇ ਆਉਂਦੇ ਆ, ਸਮਝ ਨਹੀਂ ਲੱਗਦੀ ਕਿੱਧਰ ਚਲੇ ਜਾਂਦੇ ਆ। ਘਰ ਦੇ ਸਾਰੇ ਬਿਮਾਰ ਪਏ ਆ, ਬਿਮਾਰੀਆਂ ਨਾਲ ਘਿਰੇ ਹੋਏ ਆ। ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀ, ਦੁੱਖ ਸੁੱਖ ਜਿਹੜਾ ਉਹ ਸਾਡੇ ਜੀਵਨ ਦਾ ਹਿੱਸਾ ਆ, ਲੇਕਿਨ ਜਿਹੜੇ ਅਸੀਂ ਕਰਮ ਹੀ ਇੱਦਾਂ ਦੇ ਕਰਦੇ ਪਏ ਆ, ਫਿਰ ਦੱਸੋ ਭਾਈ ਉਹਨਾਂ ਦਾ ਕੀ? ਜੇ ਅਸੀਂ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਕੇ ਕੋਈ ਕਾਰਜ ਕਰੀਏ ਤਾਂ ਫਿਰ ਪਰਿਵਾਰ ਕਿਵੇਂ ਭਾਈ ਬਿਮਾਰ ਪੈ ਜਾਏਗਾ? ਜੇ ਅਸੀਂ ਮਾਲਕ ਦੀ ਕਿਰਪਾ ਨਾਲ ਜਿਹੜੀ ਸਾਨੂੰ ਕਮਾਈ ਆਉਂਦੀ ਹੈ, ਜਿਹੜੀ ਤਨਖਾਹ ਸਾਨੂੰ ਮਿਲਦੀ ਹੈ, ਜਾਂ ਜੋ ਮਹੀਨੇ ਦੇ ਵਿੱਚ ਅਸੀਂ ਕਮਾਇਆ ਆ, ਉਹਦਾ ਜਿਹੜਾ ਦਸਵੰਧ ਹੈ, ਅਗਰ ਅਸੀਂ ਪਹਿਲਾਂ ਕੱਢ ਕੇ ਰੱਖੀਏ, ਉਹਦੇ ਵਿੱਚ ਬਰਕਤ ਕਿਉਂ ਨਾ ਪਏਗੀ? ਗੁਰੂ ਨੇ ਸਾਨੂੰ 5000 ਰੁਪਈਆ ਦਿੱਤਾ, ਉਹਦਾ 10% ਜਿਹੜਾ ਅਸੀਂ ਗੁਰੂ ਦੇ ਨਾਮ ਦਾ ਪਹਿਲਾਂ ਕੱਢ ਕੇ ਰੱਖ ਦਈਏ, ਬਰਕਤ ਕਿਉਂ ਨਾ ਪਏਗੀ? ਲੇਕਿਨ ਸਾਡਾ ਮਨ ਬੇਈਮਾਨ ਹੋ ਜਾਂਦਾ ਆ। 5000 ਤਾਂ ਗੁਰੂ ਨੇ ਬਖਸ਼ਿਆ ਹੀ ਹੈ, ਇਹ ਜਿਹੜਾ ਗੁਰੂ ਦਾ 500 ਰੁਪਈਆ ਹਿੱਸਾ ਹੈ ਉਹ ਵੀ ਰੱਖ ਲਈਏ। ਔਰ ਉਹ 500 ਰੁਪਈਆ ਕੋਈ ਗੁਰੂ ਨੇ ਨਹੀਂ ਲੈ ਕੇ ਜਾਣਾ। ਉਹ ਜਿਹੜਾ 500 ਰੁਪਈਆ ਗੁਰੂ ਦੇ ਨਾਮ ਤੇ ਅਸੀਂ ਦਾਨ ਕਰਦੇ ਹਾਂ, ਉਹ ਭਾਈ ਦੁਨੀਆ ਤੇ ਲੱਗਦਾ ਆ, ਗੁਰੂ ਦੀ ਸੰਗਤ ਦੇ ਉੱਪਰ ਲੱਗਦਾ ਆ। ਜੇਕਰ ਅਸੀਂ ਇਹ ਜਿਹੜਾ ਦਾਨ ਹੈ ਕਿਸੇ ਗੁਰੂ ਘਰ ਦੇ ਵਿੱਚ ਨਹੀਂ ਕਰ ਪਾਏ, ਜ਼ਰੂਰੀ ਨਹੀਂ ਹੈ ਜਿਹੜਾ ਦਸਵੰਧ ਹੈ ਗੁਰੂ ਦੀ ਗੋਲਕ ਦੇ ਵਿੱਚ ਪਾਉਣਾ ਆ। ਗੁਰੂ ਦੀ ਗੋਲਕ ਕਿਹੜੀ ਹੈ? ਗਰੀਬ ਦਾ ਮੁੱਖ ਗੁਰੂ ਦੀ ਗੋਲਕ। ਕਿਸੇ ਗਰੀਬ ਦੇ ਕਿਸੇ ਕਾਰਜ ਨੂੰ ਪੂਰਾ ਕਰਵਾ ਦਈਏ, ਉਹ ਸਮਝ ਲਓ ਕਿ ਦਸਵੰਧ ਗੁਰੂ ਦੇ ਘਰ ਪ੍ਰਵਾਨ ਹੋ ਗਿਆ। ਕੋਈ ਸਾਡਾ ਆਂਢ ਗੁਆਂਢ ਹੈ, ਕੋਈ ਸਾਡੇ ਜਾਣ ਪਹਿਚਾਣ ਦਾ ਕੋਈ ਬੱਚਾ ਆ, ਪੜ੍ਹਨਾ ਚਾਹੁੰਦਾ ਆ, ਲੇਕਿਨ ਗਰੀਬੀ ਕਾਰਨ ਉਹ ਨਹੀਂ ਪੜ੍ਹ ਪਾ ਰਿਹਾ, ਅਸੀਂ ਉਹਦੀ ਮਦਦ ਕਰੀਏ। ਕੋਈ ਸਾਡੀ ਜਾਣ ਪਹਿਚਾਣ ਵਾਲਾ ਆ ਜਾਂ ਨਹੀਂ ਵੀ ਜਾਣ ਪਹਿਚਾਣ ਵਾਲਾ, ਅਗਰ ਕਿਸੇ ਨੂੰ ਦੇਖਿਆ ਵੀ ਇਹ ਭਾਈ ਇਸ ਸਮੇਂ ਰੋਗੀ ਹੈ, ਇਹਨੂੰ ਇਲਾਜ ਦੀ ਲੋੜ ਹੈ, ਇਹਦੇ ਕੋਲ ਪੈਸੇ ਨਹੀਂ ਹੈ, ਤੇ ਜੇ ਅਸੀਂ 100-200 ਰੁਪਈਆ ਉਹਨੂੰ ਉਹਦੇ ਇਲਾਜ ਵਾਸਤੇ ਦੇਵਾਂਗੇ, ਸਾਡਾ ਕੁਝ ਨਹੀਂ ਘਟ ਜਾਣਾ। ਇਹ ਹਫ਼ਤੇ ਦਾ ਜਿਹੜਾ ਬੇਮਤਲਬ ਦੀਆਂ ਗੱਲਾਂ ਕਰਕੇ ਮੋਬਾਈਲਾਂ ਤੇ ਅਸੀਂ ਪੈਸੇ ਉਡਾਉਂਦੇ ਆ, ਜੇ ਕਿਸੇ ਗਰੀਬ ਦੇ ਭਲੇ ਵਾਸਤੇ ਇਹ ਲਾਈਏ ਤਾਂ ਗੁਰੂ ਕਿਉਂ ਨਾ ਭਾਈ ਕਮਾਈ 'ਚ ਬਰਕਤ ਪਾਉਣਗੇ।
ਇਹ ਗੱਲਾਂ ਪਹਿਲਾਂ ਚੱਲਦੀਆਂ ਸੀ, ਇਸ ਕਰਕੇ ਕਮਾਈ ਦੇ ਵਿੱਚ ਬਰਕਤ ਸੀ। ਪਹਿਲਾਂ ਭੋਜਨ ਬਣਾਉਣ ਲੱਗੇ ਸ਼ਬਦ ਗਾਉਂਦੇ ਸੀ, ਰੱਬ ਦੀਆਂ ਗੱਲਾਂ ਚੱਲਦੀਆਂ ਸੀ, ਤੇ ਉਹ ਭੋਜਨ ਵੀ ਦਵਾ ਦੀ ਤਰ੍ਹਾਂ ਕੰਮ ਕਰਦਾ ਸੀ। ਤੇ ਅੱਜ ਜਿਤਨਾ ਅਸੀਂ ਰੱਬ ਤੋਂ ਦੂਰ ਜਾ ਰਹੇ ਹਾਂ, ਵਿਕਾਰਾਂ ਵਿੱਚ ਘਿਰਦੇ ਜਾ ਰਹੇ ਹਾਂ, ਸਾਡਾ ਜੀਵਨ ਹੋਰ ਜ਼ਿਆਦਾ ਦੁੱਖਾਂ ਭਰਿਆ ਬਣਦਾ ਜਾ ਰਿਹਾ ਹੈ। ਜੀਵਨ ਦੇ ਵਿੱਚ ਦੁੱਖ ਕਦ ਆਉਂਦਾ ਆ? ਜੀਵਨ ਦੇ ਵਿੱਚ ਦੁੱਖ ਕਦ ਆਉਂਦਾ ਆ? ਦੁੱਖ ਤਦੇ ਜਾ ਵਿਸਰ ਜਾਏ। ਮਹਾਰਾਜ ਜੀ ਕਹਿੰਦੇ ਸਮਝ ਲਓ ਕਿ ਉਸ ਦਿਨ ਦੁੱਖਾਂ ਦੀ ਸ਼ੁਰੂਆਤ ਹੋ ਗਈ ਜਿਸ ਦਿਨ ਸਾਨੂੰ ਸਾਡਾ ਪਿਆਰਾ ਵਿਸਰ ਗਿਆ, ਜਿਸ ਦਿਨ ਸਾਨੂੰ ਸਾਡਾ ਮਾਲਕ ਭੁੱਲ ਗਿਆ, ਜਿਸ ਦਿਨ ਅਸੀਂ ਗੁਰੂ ਤੋਂ ਬੇਮੁਖ ਹੋ ਗਏ। ਸਮਝ ਲਓ ਕਿ ਦੁੱਖਾਂ ਦੀ ਸ਼ੁਰੂਆਤ ਹੋ ਗਈ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਇਸ ਅਵਿਦਿਆ ਦੇ ਕਰਕੇ ਸਾਡਾ ਵਿਵੇਕ ਬੁੱਧੀ ਵਾਲਾ ਜਿਹੜਾ ਦੀਪ ਹੈ ਮਲੀਨ ਹੋ ਗਿਆ। ਅੱਜ ਕੀ ਸਮਾਂ ਆ ਗਿਆ, बुरे काम को उठ खलोया, नाम की वेला पै पै सोया। जद किधरे गल आ जाए ना रब की बाणी दी, तो फिर सानू काम बड़े निकल आउणगे। ते जद कोई माड़े काम की वारी आउंदी झट असीं शेर बन जाते हैं। फिर छेती छेती वो कारज करके आउंदे आ। इसलिए गुरु प्यारी साध संगत जी, अपने जिहड़े विवेक दा दीप है, असी इहनूं विद्या दा प्रकाश दईए, इहदे विच ज्ञान दा तेल पाईए। अज असी अज्ञानता दा तेल पा रहे हैं, इस करके भाई जीवन दुखा भरिया आ। और इस करके जैसे जैसे समा बीतदा दुख वध रहे हैं। आम आपां सुनिया जी इंसान बहुत तरक्की कर रहा है, बड़ा उच्चा जा रहा है, बहुत तरक्की कर रहा है। लेकिन इस गल वाल ध्यान दईए, अज तो 20 साल पहलां दा समा विचार लईए, अज दा समा विचार लईए। अज भावें पैसा कोल ज़्यादा आ, भावें रहन सहन वधिया बन गया आ, लेकिन 20 साल पहलां दा जीवन आनंद वाला सी, अज आनंद नहीं है। उदों कोल कार नहीं सी फिर भी आनंद सी, अज कोल कार है फिर भी मन दुखी है। उस समय गरीबी सी फिर भी सुखी सी, अज खुला पैसा आ फिर भी दुखी आ। कई बीमारियां ने आके घेर लिया। 10 साल पीछे जाइए, 20 साल पीछे जाइए, कई बीमारियां ऐसियां हुण आईयां आ भी जिन्हां दा नाम ही नहीं सानू याद रहिंदा। डॉक्टर समझाउंदे भी आह वाली बीमारी है, वो चेते नहीं रहिंदा किहड़ी बीमारी है। पहलां कई वैद हुंदे सी, वो जद कोई बंदा चल के आउंदा सी उहदी तौर देख के कह दिंदे सी भी तैनूं आह दिक्कत है। उहदियां अखां दा रंग देख के कह दिंदे सी भी तैनूं आह बीमारी है। ਉਹਦੀ ਨਬਜ਼ ਫੜ ਕੇ ਉਹਦੇ शरीर का हाल दस ਦਿੰਦੇ ਸੀ। ਤੇ ਜਿਤਨੀਆਂ बीमारियां आ बई कंप्यूटरां नूं भी समझ नहीं आता भी इहनूं बीमारी है किहड़ी है। कारण विकारां दा भोजन कर रहे हैं, अज्ञानता दे वस पए हुए आ। ये जिहड़ा विवेक बुद्धि वाला दीवा सी ये भी मलीन हो चुकिया आ। और इनू असी दोबारा पवित्र किवें करना आ? गुरु दे नाम दा ओट आसरा लैके इनू असी दोबारा पवित्र करना आ, गुरु दे चरना दा सहारा लैके। त्रिगद जोन अचेत संभव, पुण्य पाप असोच, मानुखा अवतार दुर्लभ, तेही संगत पोच। टेढ़ियां जोना त्रिगद जोन, अचेत सोजी तो परे है, संभव पुण्य पाप या सोच। उन्हां कोले सोजी ने भी की पुण्य की पाप है। हुण कई जिहड़े जानवर आ
उन्हां विचारिਆਂ ਨੂੰ नहीं पता बई पुन किहड़ा आ पाप किहड़ा आ। परमात्मा ने उन्हां ਨੂੰ ਉਹ वाली शक्ति नहीं दिती। हुण ਉਹ माड़े कर्म कर रहे आ, मन्निया जा सकदा भी इहनूं बेचारे ਨੂੰ पता ही कुछ नहीं है, इहनूं पता ही बेचारे ਨੂੰ कुछ नहीं है, इहनूं की कहीए। लेकिन ਇਹ मनुख तैनूं तां मालिक ने बहुत सोझी बख्शी है। मानुखा अवतार दुर्लभ, ये बड़ा दुर्लभ अवतारां वाला जन्म सानू मिलिया। ते ही संगत पहुँच, महाराज जी कहते तेरी लेकिन संगत कितनी माड़ी बन गई। जानवरां दे हथों पाप हुंदे, उन्होंने सोझी नहीं प्यारे, तेरे हथों पाप नहीं होना चाहिए। परमात्मा ने तेनों तो सोझी बहुत बख्शी है, लेकिन असी उस सोझी नूं एक डब्बी दे विच बंद करके रख दिता। आओ भाई उन्होंने आपां खोलीए। हालांकि सानू सारा पता आ भी की साडे वास्ते चंगा आ की मंदा आ, लेकिन फिर भी पता नहीं क्यों असी मंदे वाल ज़्यादा वधदे हां। की साडे लई भला आ की बुरा आ पता आ, इस गल दी सोझी है। जान अजान भय हम बावर, लेकिन फिर भी असी माड़े कर्मां वल वधदे हां। पता है भी शराब पीनी साडे लई चंगी गल नहीं, फिर भी पींदे हैं। डॉक्टरां ने भी कह दिता जे पीएगा मर जाएगा, कोई इलाज नहीं, फिर भी असी कहांगे नहीं मरना मंजूर है, छड्डनी नहीं। तंबाकू खांदे आ, ये पींदे आ, हालांकि उपर उन्होंने लिखिया होया आ भी भाई ये जहर है, लेकिन असी कह रहे हैं कोई गल नहीं, जहर है साडे लई वधिया है। तो जे असी गुरु के चरणों का उट आसरा लैके रखते, जे असी भाई गुरु की वाणी नाल जुड़े होंदे तो अज असी इन्हां चीज़ों के शिकार कदे ना होंदे। सो गुरु महाराज जी अगलियां पंक्तियां दे विच फरमाउंदे ने, जी जंत जहाँ जहाँ लग कर्म के बस जाए, काल फास अबद लागे कछ ना चले उपाय। जितने भी जीव जंत संसार ते है सब अपने कर्मां दे बंधनां दे विच बझे हुए अपने कर्म कर रहे हैं, भोग रहे हैं। कर्मी कर्मी होए विचार, सारी कर्मां दी विचार है। सुख मिल रहा है दुख मिल रहा है, सब साडे अपने कर्म है। काल फास अबद लागे कछ ना चले उपाय। ऐ प्यारे जिस समय काल दी फाही आके गल विच पै जाएगी, महाराज जी कहते फिर कोई उपाय नहीं चलना। इसलिए आ नाम दा धन जोड़िए, नाम दी कमाई करिए। रविदास दास उदास तज भ्रम, तपन तप गुर ज्ञान। भगत जन पै हरन परमानंद करो नदान। रविदास दास गुरु महाराज जी फरमाते ने कि मैं उस मालिक दा दास, उस परमात्मा दा जन। उदास तज भ्रम, सारे भरमां नूं शंकियां नूं मैं अपने अंदरों खत्म किया। उदास इस संसार तो उपराम होया। तपन तप गुरु ज्ञान, लेकिन होया किदां आ, केड़ा तप किया, केड़ा जग किया। महाराज जी कहते सब नालों श्रेष्ठ तप गुरु का ज्ञान हासिल किया। भगत जन पै हरन परमानंद करो निदान। ते जिन्हां दे कोल भाई नाम का धन आ जांदा आ, जिन्हां दे कोल गुरु का ज्ञान आ जांदा आ, वो निरभव हो जाते आ ते परम आनंद की प्राप्ति करते हैं। आनंद भया मेरी माए सतगुरु मैं पाया। कद तपन तप गुरु ज्ञान, जद गुरु के ज्ञान के तप दे विच असी जले, जद गुरु के ज्ञान का तप किया, जद गुरु के ज्ञान के तप दे विच असी परपक्क होए, तो फिर की होया, विकारां दा नाश हो गया, माड़ी संगत का साथ छुट गया,
इस संसार तो उपराम हो के हुण मालिक दे नाम दे रंग विच रंग है और हुण की है परम आनंद है। आनंद पिया मेरी माए सतगुरु मैं पाया। जब सतगुर मिल जाता आ फिर आनंद मिलता आ। आओ उस आनंद की प्राप्ति के वास्ते आपां गुरु चरनां नाल जुड़िए, वध तो वध नाम की कमाई करिए ताकि गुरु महाराज जी की कृपा दे नाल साडा इस संसार ते आउणा सफल हो जाए, ये लोक सुखी हो जाए और परलोक सुहेला हो जाएगा। बोल गुरु महाराज की जय।